ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ MLA ਸਾਹਿਬਾਨਾਂ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸੈਲੀਬ੍ਰੇਟਰੀ ਲੰਚ ਰੱਖਿਆ ਸੀ, ਉਸ ਦਾ ਬਾਈਕਾਟ ਕਰਦੇ ਹੋਏ, ਉਸ ਸੈਲੀਬ੍ਰੇਸ਼ਨ ਨੂੰ ਰਿਜੈਕਟ ਕਰਦੇ ਹੋਏ ਅਸੀਂ ਅੱਜ ਤੁਹਾਡੇ ਕੋਲ ਆਏ ਆ ਔਰ ਅਸੀਂ ਉਸ ਲੰਚ ਦੇ ਹਿੱਸਾ ਨਹੀਂ ਬਣੇ। ਉਹਦੇ ਵੱਡੇ ਕਾਰਨ ਦੋ ਰਹੇ ਆ। ਇਸ ਗੱਲ ਦਾ ਤਾਂ ਤੁਹਾਨੂੰ ਪਤਾ ਕਿ ਤੁਹਾਡੇ ਕੋਲ ਜੋ ਖਬਰ ਆ ਰਹੀ ਹੈ ਉਹ ਅਸੀਂ ਅੱਜ ਵੀ ਗੱਲ ਕੀਤੀ ਵਿਧਾਨ ਸਭਾ 'ਚ ਕਿ ਜੋ ਵਿਧਾਨ ਸਭਾ 'ਚੋਂ ਲੀਕ ਆ ਰਿਹਾ, ਮਤਲਬ CM ਸਾਹਿਬ ਬਲੈਕਆਊਟ ਹੀ ਆ ਮੀਡੀਆ ਦਾ। ਮੀਡੀਆ ਨੂੰ ਬਲੈਕਆਊਟ ਕਿਉਂ ਕੀਤਾ ਜਾ ਰਿਹਾ? ਵਾਟ ਇਜ਼ ਦੇयर ਟੂ ਹਾਈਡ? ਲੁਕਾਉਣ ਨੂੰ ਕੀ ਹੈ? ਫਿਰ ਗੱਲ ਉੱਥੇ ਹੀ ਜਾਂਦੀ ਹੈ, ਲੁਕਾਉਣ ਨੂੰ ਫਿਕਸਡ ਮੈਚ ਹੈ। ਜਿਹੜਾ ਕੈਪਟਨ ਮੋਦੀ ਭਰਾ ਵੱਡਾ ਭਾਈ ਛੋਟਾ ਭਾਈ, ਉਹ ਫਿਕਸਡ ਮੈਚ ਹੈ ਜਿਹੜਾ ਉਹ ਚਾਹੁੰਦੇ ਨਹੀਂ ਤੁਹਾਡੇ ਸਾਹਮਣੇ ਆਵੇ। ਦੇਖੋ, ਪੰਜਾਬ ਦੇ ਲੋਕਾਂ ਦੀ ਬੜੀ ਸਪਸ਼ਟ ਮੰਗ ਸੀ ਕਿ ਇਹ ਕਾਲੇ ਕਾਨੂੰਨ ਰੱਦ ਹੋਣ। ਇਹ ਕਾਲੇ ਕਾਨੂੰਨ ਪੰਜਾਬ 'ਚ ਲਾਗੂ ਨਾ ਹੋਣ। ਕਾਰਪੋਰੇਟਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਦੇ ਪੰਜਾਬ ਖਿਲਾਫ ਹੈ। ਫੂਡ ਸਿਕਿਉਰਿਟੀ ਬੜਾ ਇੰਪੋਰਟੈਂਟ ਹਿੱਸਾ ਹੈ ਪੰਜਾਬ ਦਾ, ਦੇਸ਼ ਦਾ। PDS ਸਿਸਟਮ ਨੂੰ ਕਿਸੇ ਤਰੀਕੇ ਦੀ ਕੋਈ ਆਂਚ ਨਾ ਆਵੇ, ਮਗਰ ਅਸਲੀ MSP ਤੇ ਖਰੀਦ ਔਰ MSP, ਬਾਰ-ਬਾਰ ਧਿਆਨ ਨਾਲ ਸੁਣ ਲਿਓ ਜੀ, MSP ਤੇ ਅਸ਼ੋਰਡ ਖਰੀਦ, ਸਾਰੀ MSP ਤੇ ਫਸਲ ਚੁੱਕੀ ਜਾਵੇ, ਸਾਰੀਆਂ ਫਸਲਾਂ 22 ਦੀਆਂ 22। ਇਹ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਖੇਤ ਮਜ਼ਦੂਰਾਂ ਦੀ ਮੰਗ ਹੈ ਔਰ ਪ੍ਰਾਈਵੇਟ ਮਾਰਕੀਟ ਦੇ ਉਹ ਖਿਲਾਫ ਨੇ। ਕੱਲ ਜਦੋਂ ਵਿਧਾਨ ਸਭਾ 'ਚ 10 ਵਜੇ ਪੂਰੇ 10:05 ਤੇ ਲੈ ਲਓ, 10 ਮਿੰਟ ਦੇ ਵਿੱਚ ਬਿੱਲ, ਪਹਿਲਾਂ ਤਾਂ ਰੈਜ਼ੋਲੂਸ਼ਨ ਪੇਸ਼ ਹੁੰਦਾ ਹੈ, ਫਿਰ ਬਿੱਲ ਆਉਂਦੇ ਆ। ਆਪੋਜੀਸ਼ਨ ਦੇ ਵਿਧਾਨਕਾਰਾਂ ਨੇ ਉੱਠ ਕੇ ਸਪੀਕਰ ਸਾਹਿਬ ਨੂੰ ਇਹ ਗੱਲ ਕਹੀ ਕਿ ਤੁਸੀਂ ਹੁਣੇ ਬਿੱਲ ਆਏ ਹੋ, ਸਾਨੂੰ ਪੜ੍ਹਨ ਦਾ ਟਾਈਮ ਤਾਂ ਦਿਓ, ਕਿਉਂਕਿ ਬਹਿਸ ਸ਼ੁਰੂ ਕਰਾਤੀ। ਤੁਸੀਂ ਸਪੀਕਰ ਸਾਹਿਬ ਦਾ ਪੱਖਪਾਤੀ ਰਵੱਈਆ ਵੇਖੋ, ਕਿਸ ਤਰ੍ਹਾਂ ਪੰਜਾਬ ਦੇ ਕਿਸਾਨੀ ਤੇ ਖੇਤ ਮਜ਼ਦੂਰਾਂ ਦੇ ਖੰਜਰ ਮਾਰੇ ਗਏ ਉਹਨਾਂ ਦੀ ਸੋਚ ਤੇ। ਕੀ ਕਹਿੰਦੇ ਕਿ ਤੁਸੀਂ ਐਂ ਕਰੋ, ਅਸੀਂ ਕਿਉਂ ਮੰਗਿਆ ਕਿ ਸੈਸ਼ਨ ਉਠਾ ਦਿਓ, ਅੱਧੇ ਘੰਟੇ ਜਾਂ ਘੰਟੇ ਬਾਅਦ ਰੀਕਨਵੀਨ ਕਰ ਲਿਓ, ਅਸੀਂ ਤਸੱਲੀ ਕਰ ਲਈਏ। ਖਜ਼ਾਨਾ ਮੰਤਰੀ ਸਾਹਿਬ ਉੱਠਦੇ ਆ ਔਰ ਕਹਿੰਦੇ ਜੀ ਰੀਕਨਵੀਨ ਕਰਨ ਦੀ ਕੋਈ ਲੋੜ ਨਹੀਂ, 45 ਮਿੰਟ ਬਹਿਸ ਪਹਿਲਾਂ ਕਾਂਗਰਸ ਕਰ ਲੈਂਦੀ ਆ, ਇਹ ਫੇਰ ਬੋਲਣ। ਜਦੋਂ ਬਹਿਸ ਸ਼ੁਰੂ ਹੋ ਗਈ ਤੇ ਅਸੀਂ ਬਹਿਸ ਤੋਂ ਬਾਹਰ ਜਾ ਸਕਦੇ ਕਿ ਅਸੀਂ ਬਹਿਸ ਤੇ ਸੁਣਨਾ ਨਹੀਂ ਕਿ ਰੂਲਿੰਗ ਪਾਰਟੀ ਕੀ ਪੱਖ ਰੱਖ ਰਹੀ ਹੈ, ਮਗਰ ਇੱਕ ਅੰਦਰ ਮਾਹੌਲ ਬਣਾ ਦਿੱਤਾ ਗਿਆ ਕਿ ਇਹਨਾਂ ਨੂੰ ਨਾ ਦੇਖਣ ਦਾ, ਨਾ ਸੋਚਣ ਦਾ, ਨਾ ਕੰਸਲਟ ਕਰਨ ਦਾ ਟਾਈਮ ਮਿਲੇ ਹੀ ਨਾ। ਚਲੋ, ਜੋ ਹਾਲਾਤ ਅੰਦਰ ਬਣੇ ਸੀ, ਕਿਉਂਕਿ ਜਦ ਤੁਸੀਂ ਵਾਰ ਟਾਈਮ ਸਿਚੁਏਸ਼ਨ ਹੋਵੇ ਉਹਦੇ 'ਚ ਜੋ ਹਾਲਾਤ ਬਣ ਜਾਂਦੇ ਆ, ਫਿਰ ਬੰਦਾ ਜਿਹੜੇ ਕੁਝ ਉਹਦੇ ਕੋਲ ਔਜ਼ਾਰ ਨੇ ਜਾਂ ਜਿਹੜੇ ਕੁਝ ਵੀ ਉਹਦੇ ਕੋਲ ਵੈਪਨਰੀ ਆ, ਉਹਨੇ ਉਹਦੇ ਹਿਸਾਬ ਨਾਲ ਹੀ ਲੜਨਾ। ਵੇਖੋ, ਇੱਕ ਮੈਸੇਜ ਬੜਾ ਜ਼ਰੂਰੀ ਸੀ ਜਿਹੜੀ ਸਾਰੀ ਆਪੋਜੀਸ਼ਨ ਨੇ ਔਰ ਅਸੀਂ ਸਮਝਦੇ, ਅਸੀਂ ਸਾਰੇ ਵਿਧਾਨਕਾਰਾਂ ਨੇ ਮਨ ਬਣਾਇਆ ਸੀਗਾ ਕਿ ਜੇ ਤਾਂ ਹੈ ਦਿੱਲੀ ਦੀ ਗੱਲ, ਦਿੱਲੀ ਦੇ ਕਾਲੇ ਕਾਨੂੰਨਾਂ ਦੇ ਅਸੀਂ ਖਿਲਾਫ ਹਾਂ। ਰੈਜ਼ੋਲੂਸ਼ਨ ਵੀ ਉਹੀ ਸੀ ਕਿ ਇਹ ਰੱਦ ਹੋਵੇ। ਅਸੀਂ ਕਿਹਾ ਰੈਜ਼ੋਲੂਸ਼ਨ ਦੀ ਅਸੀਂ ਸਪੋਰਟ ਵੀ ਕਰਦੇ ਹਾਂ, ਮਗਰ ਪਿਛਲੀ ਵਾਰੀ ਵਾਂਗੂ ਨਾ ਹੋਵੇ ਕਿ ਰੈਜ਼ੋਲੂਸ਼ਨ ਇੱਥੇ ਦੱਬ ਕੇ ਰੱਖ ਦਿਓ, ਭੇਜ ਦਿਓ ਐਤਕੀ। ਕਿਉਂਕਿ ਪਿਛਲੀ ਵਾਰੀ ਵੀ ਰੌਲਾ ਪਿਆ ਸੀ ਕਿ ਉਤੋਂ ਮੋਦੀ ਸਾਹਿਬ ਨੇ ਇਸ਼ਾਰਾ ਕਰਤਾ, ਰੈਜ਼ੋਲੂਸ਼ਨ ਤਾਂ ਇੱਥੇ ਦੱਬ ਛੱਡਿਆ। ਮਗਰ ਜਿਹੜੇ ਬਿੱਲ ਲਿਆਏ ਹੋ, ਇਹਨਾਂ ਬਿੱਲਾਂ 'ਚ ਤਬਦੀਲੀ ਦੀ ਲੋੜ ਆ। ਆਈ ਜਸਟ ਵਾਂਟ ਯੂ ਟੂ ਸੀ ਵਨ ਵੀਡੀਓ, ਕਿਉਂਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਬੋਲੇ ਔਰ ਇਹ ਗੱਲ ਮੈਂ ਚਾਹੂੰਗਾ ਅੱਜ ਸਪੀਕਰ ਸਾਹਿਬ ਨੂੰ ਕਿ ਜੋ MLA ਉੱਥੇ ਜੋ ਕੁਝ ਬੋਲਿਆ ਉਸ ਨੂੰ ਕਾਈਂਡਲੀ ਜਨਤਕ ਕਰੋ। ਡੋਂਟ ਕੀਪ ਪੀਪਲ ਇਨ ਦਾ ਡਾਰਕ।
ਕੱਲ ਤਾਂ ਸਾਨੂੰ ਬੜੇ ਪਿਆਰ ਨਾਲ ਘੇਰ ਕੇ ਕਹਿੰਦੇ ਆ ਜਾਓ ਗਵਰਨਰ ਸਾਹਿਬ ਦੇ, ਆ ਜਾਓ ਗਵਰਨਰ ਸਾਹਿਬ ਦੇ, ਮਗਰ ਜਿਹੜੇ ਇੰਪੋਰਟੈਂਟ ਗੱਲਾਂ ਵਿੱਚ ਉਠਾਈਆਂ ਗਈਆਂ ਉਹ ਵੀ ਸਾਹਮਣੇ ਆਓ। ਇਹ ਕੀ ਕਿਹਾ ਸੀ ਸੀਐਮ ਸਾਹਿਬ ਨੇ? ਉੱਚੀ ਕਰਕੇ ਲਾ ਦਿਓ। विधानसभा की कर सकती है। देखो ये पार्लियामेंट्री एक्ट है, अगर विधानसभा कुछ पास भी कर देगी, कांट हेल्प एसवाईएल वाला दूसरा इशू जरा सी बिल ले आए सी ऑन द ਇਹ ਤੁਹਾਨੂੰ ਮੈਂ ਭੇਜ ਦਿਓ, ਤੁਹਾਨੂੰ ਭੇਜ ਦੇਣਾ, ਮੈਂ ਪੜ੍ਹ ਦੇ ਹੁੰਦੇ ਹੋਏ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਇਨਵਰਟਡ ਕਾਮਾਸ ਐਂਡ ਆਈ ਕੋਟ कैप्टन अमरिंदर सिंह ਨੂੰ मैं कोट कर रहा, विधान सभा की कर सकती है? देखो ये पार्लियामेंट्री एक्ट है, अगर विधान सभा कुछ पास भी कर देवे, इट कांट हेल्प इवन इफ विधान सभा passes something unanimously, अकाली भी रल जान, इट कांट हेल्प। असेंबली का कोई एक्ट कैन नॉट ओवरराइड अ पार्लियामेंट्री एक्ट। फिर गल तो फिर आ गई ਉਹੀ कि जब कैप्टन साहब थोनू भी पता सी कि विधान सभा कुछ नहीं कर सकती, तो विधान सभा च जिथे कुछ कर सकती सी वो एक्ट तो तुसी लियाए नहीं, जिथे विधान सभा कुछ नहीं कर सकती सी वो एक्ट लिया, फिर फिक्सड मैच आ गया नाल। और मैं गल ते अगे दस दियां, 254 दो तहत ये आप दा लियाए है कल जेडे काले कानूना ते इन्हां ने आप दी अमेंडमेंट्स मूव कीतियां ने। हुण मैं तुहानूं ना एक क्लीयर गल समझा दियां कि एक तां हुंदी है स्टेट लिस्ट, एग्रीकल्चर सी स्टेट लिस्ट च, जे ये करदे पंजाब नूं मंडी ऐलान दिंदे ते फिर उहदे च प्रेजिडेंट दी मंजूरी दी लोड़ नहीं सी, वो पंजाब दे स्टेटां दे अधिकार थल्ले है। 1961 का एक्ट APMC एक्ट, एक बारी नहीं कई बारी कोर्टां च फैसला हो गया है, लैजिसलेट हो चुका है कि तुसी एग्रीकल्चर स्टेट सबजैक्ट है, ये ते फैसला कर दिओ। और ये मंग साडा प्राइवेट मैंबर बिल जिहड़ा इन्हां ने मंजूर नहीं कीता यही सी कि जब सारा पंजाब मंडी ऐलानिया जाऊ तो फिर कोई रेजिड्यूल जगह तो रह नहीं गई, कोई होर जगह रही नहीं गई, तो फिर ट्रेड वास्ते फिर सब नूं APMC मंडी तहत आउणा पैना, तो मसला मुक जाना सी। उहदी मंजूरी किहदी सी? पंजाब विधान सभा दी, पंजाब स्टेट दी। मगर वो काम नहीं कीता। क्यों नहीं कीता? दिल्ली खुश करना सी, दिल्ली दे नाल रल के खेडना सीगा। जो पंजाब च कल्ला भंबल पूसा पा के ਲੱਡੂ ਕਾਦੇ ਵੰਡੇ ਕੱਲ, ਮੈਨੂੰ ਇਹ ਨਹੀਂ ਸਮਝ ਆ ਰਹੀ। ਅਸੀਂ ਕੰਡੈਮ ਕਰਦੇ ਆ, ਕਿਸਾਨੀ ਤਾਂ ਉੱਥੇ ਦੀ ਉੱਥੇ ਖੜੀ ਆ। ਅਸੀਂ ਜ਼ੀਰੋ ਤੇ ਅਸੀਂ ਜ਼ੀਰੋ ਤੇ ਹੀ ਖਲੋਤੇ। ਔਰ ਮੈਂ ਇਹ ਗੱਲ ਵਿਧਾਨ ਸਭਾ 'ਚ ਕਹੀ, ਮੈਂ ਕਿਹਾ ਕੈਪਟਨ ਸਾਹਿਬ ਇੱਥੇ ਜਿੰਨਾ ਮਰਜ਼ੀ ਮਾਹੌਲ ਬਣਾ ਲਓ, ਤੁਹਾਡੇ 80 ਦੇ 80 MLA ਇੱਥੇ ਤੁਹਾਨੂੰ ਜੋ ਮਰਜ਼ੀ ਕਹੀ ਜਾਣ, ਲੋਕਾਂ ਨੇ ਸਾਨੂੰ ਸਵਾਲ ਕਰਨਾ। ਔਰ ਆਈ ਵਾਂਟ ਦਿਸ ਸਪੀਕਰ ਸਾਹਿਬ ਨੂੰ ਕਿ ਮੇਰੇ ਉਹ ਲਫ਼ਜ਼ ਬਾਹਰ ਕੱਢ ਕੇ ਲਿਆਉਣ ਕਿ ਮੈਂ ਕਿਹਾ ਕੀ ਸੀ। ਮੈਂ ਕਿਹਾ ਤੁਸੀਂ ਹਾਊਸ 'ਚ ਬੋਲਦੇ ਵੀ ਕਹਿ ਰਹੇ ਹੋ ਕਿ ਅਸੀਂ ਐਕਟ ਤਾਂ ਲੈ ਆਏ ਆ, मगर ये मंजूरी गवर्नर ते राष्ट्रपति की चाहिए। राष्ट्रपति साहब किवें दे देणगे जी ये मंजूरी? मैनूं ये समझा दिओ। जे ऑलरेडी वो 3 बिलों की मंजूरी दे चुके हैं पार्लीमेंट की, उन्होंने देनी नहीं। और ये 254 मेरा कहने का भाव कि तुसी स्टेट सबजैक्ट जिहड़ा एंट्री एग्रीकल्चर है 14 नंबर स्टेट लिस्ट सी, वो तो लियाए नहीं एक्ट, ले आए तुसी कंकरेंट लिस्ट। और कंकरेंट लिस्ट उत्ते अज एक अखबार ने लिखिया भी है, बड़ा स्पष्ट है। वाई मैं पढ़ दिया थोनू, वाई इनवोकिंग आर्टिकल 254(2) इज अ बैड ऑप्शन where a law made by the legislature of a state with respect to one of the matters enumerated in the concurrent list contains any provision repugnant to the provisions of an earlier law made by Parliament or an existing law with respect to that matter, then the law so made by the legislature of such state shall, if it has been reserved for the consideration of the President and has received his assent, prevail in that state. बड़ा clear कि जे President दो assent फेर है।
provided that nothing in this clause shall prevent Parliament from enacting at any time any law with respect to the same matter, including a law adding to, amending, varying or repealing the law so made by the legislature। बड़ा स्पष्ट लिखिया है, तो ਤੁਸੀਂ ਜੋ ਮਰਜ਼ੀ ਕਰ ਲਓ, ਇਹਦਾ ਕੱਖ ਨਹੀਂ ਬਣਨਾ। ਇਹਦਾ ਕੀ ਮਤਲਬ ਨਿਕਲਦਾ ਜੀ ਕਿ ਫਿਰ ਭੰਬਲ ਭੂਸਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ, ਪੰਜਾਬ ਦੇ ਲੋਕਾਂ ਨਾਲ, ਕਿਸਾਨਾਂ ਨਾਲ ਧੋਖਾ ਕਰਨਾ, ਧਰੋਹ ਕਰਨਾ ਔਰ ਆਪ ਦਾ ਫਿਕਸਡ ਮੈਚ ਖੇਡਣਾ। ਕੈਪਟਨ ਅਮਰਿੰਦਰ ਸਿੰਘ ਨੇ is only fooling the people of ਪੰਜਾਬ। ਜਿਵੇਂ ਇਹਨਾਂ ਨੇ, ਮੈਂ ਬਾਲੀ ਗੱਲ 'ਚ ਨਹੀਂ ਜਾਊਂਗਾ, ਜਿਵੇਂ ਪਾਣੀਆਂ ਦੇ ਮੁੱਦੇ ਤੇ ਕੀਤਾ ਸੀ, ਕੋਈ ਅਸਰ ਅੱਜ ਤੱਕ ਤੁਸੀਂ ਵੇਖਿਆ ਪਾਣੀਆਂ ਤੇ? ਜ਼ੀਰੋ। ਅੱਜ 16 ਸਾਲ ਹੋ ਗਏ, ਹਲੇ ਵੀ ਅਸੀਂ ਉਹ ਕੰਮ ਲੜ ਰਹੇ ਹਾਂ। ਇਹ ਕੰਮ ਵੀ ਇਹਨਾਂ ਨੇ ਇਸ ਲਈ ਇਸ ਪਾਸੇ ਪਾਇਆ ਕਿ ਮੈਂ ਦਿੱਲੀ ਨੂੰ ਖੁਸ਼ ਕਰ ਦਿਆਂ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਦਿਆਂ ਔਰ ਦਿੱਲੀ ਨਾਲ ਰਲ ਕੇ ਇਹ ਫਿਕਸਡ ਮੈਚ ਖੇਲ ਕੇ ਗੁੰਮਰਾਹ ਕਰਨ ਦੀ ਕੱਲੀ ਸਾਜ਼ਿਸ਼ ਚਲੀ ਗਈ ਹੈ, ਕੋਸ਼ਿਸ਼ ਕੀਤੀ ਗਈ ਹੈ। ਅਸੀਂ ਸਾਰਿਆਂ ਨੇ ਇਹ ਗੱਲ ਉੱਥੇ ਵੀ ਇਹ ਰੱਖੀ ਸੀ ਔਰ ਜਿਹੜੀ ਗੱਲ ਤੁਹਾਨੂੰ ਪਹਿਲਾਂ ਵੀ ਕੀਤੀ ਹੈ ਕਿ ਜਿਹੜੇ MSP ਦੀ ਗੱਲ, ਵੇਖੋ ਕੱਲ MSP ਦੀ ਗੱਲ ਇੱਕ ਵਾਰੀ ਨਹੀਂ ਕਈ ਵਾਰੀ ਉੱਠੀ ਕਿ CM ਸਾਹਿਬ ਲੋਕਾਂ ਦੇ ਮੁੱਦੇ ਕੀ ਹੈ। ਨਾ ਤਾਂ ਤੁਸੀਂ ਐਡਰੈਸ ਕੀਤਾ ਪ੍ਰਾਈਵੇਟ ਮੰਡੀ ਦਾ ਕੰਮ, ਉਹ ਵੀ ਤੁਸੀਂ ਗੋਲਮੋਲ ਕਰ ਗਏ, ਨਾ ਤੁਸੀਂ ਐਡਰੈਸ ਕੀਤੀ MSP ਦੀ ਗੱਲ, ਲਿਖ ਕੇ ਭੇਜਤਾ ਉੱਥੇ ਕਿ MSP ਦੇ ਦਿਓ। ਕਿਹਦੇ ਤੇ? ਕਣਕ ਤੇ ਝੋਨੇ ਤੇ ਤਾਂ ਅੱਗੇ ਆ ਰਹੀ ਹੈ, ਤੇ ਜਿਹੜੀ ਆ ਕਾਟਨ ਰੁਲਦੀ ਹੈ ਜਿਹਦਾ 5700 ਰੇਟ ਹੈ ਤੇ ਵਿਕ 3000 3500 4000 ਤੇ ਰਹੇ, ਉਹਦਾ ਜ਼ਿਕਰ ਹੀ ਕੋਈ ਨਹੀਂ। ਇੱਕ ਵਾਰੀ ਨਹੀਂ 10 ਵਾਰੀ ਇਹ ਗੱਲ ਅੰਦਰ ਰੇਜ਼ ਹੋਈ, ਕੋਈ ਗੱਲ ਨਹੀਂ ਸੁਣੀ। 1800 ਮੱਕੀ ਤੇ MSP ਹੈ, ਵਿਕ ਕਿੰਨੇ ਨੂੰ ਰਹੀ ਆ? 800 ਨੂੰ, 1000 ਨੂੰ। ਅਸੀਂ ਇਹ ਗੱਲ ਕਹੀ ਕਿ ਜਦ ਤੁਸੀਂ ਦੋ ਫਸਲਾਂ ਦੀ MSP ਦੀ ਗੱਲ ਕਰਤੀ ਹੈ ਤੇ ਤੁਸੀਂ ਬਾਈਆਂ ਦੀ ਕਿਉਂ ਨਹੀਂ ਕਰਦੇ? ਬਿਲਕੁਲ ਕੋਈ ਜਵਾਬ ਨਹੀਂ। ਔਰ ਫਿਰ ਅਸੀਂ ਤੀਜੀ ਗੱਲ ਇਹ ਕਹੀ, ਦੇਖੋ ਸਟੇਟਸ ਤਾਂ ਸਰਕਾਰਾਂ ਤਾਂ ਦੋ ਹੀ ਨੇ ਨਾ। ਜੇ ਤੁਹਾਡੇ ਨਾਲ ਸੈਂਟਰ ਸਰਕਾਰ ਧੋਖਾ ਕਰ ਰਹੀ ਹੈ, ਪੰਜਾਬੀ ਇਹ ਮਹਿਸੂਸ ਕਰ ਰਿਹਾ ਕਿ ਸੈਂਟਰ ਸਰਕਾਰ ਕਾਲੇ ਕਾਨੂੰਨ ਲੈ ਆਈ ਹੈ, ਸਾਡੇ ਉਲਟ ਨੇ, ਫਿਰ ਦੂਜੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਸੀ। ਸਟੇਟ ਸਬਜੈਕਟ ਸੀ ਐਗਰੀਕਲਚਰ, ਉਹ ਤੋਂ ਵੀ ਭੱਜ ਗਏ। MSP ਦੀ ਅਸ਼ੋਰੈਂਸ ਦੀ ਗੱਲ ਸੀ, ਉਸ ਤੋਂ ਵੀ ਭੱਜ ਗਏ। ਜੇ ਹਰਿਆਣੇ 'ਚ ਕਈ ਫਸਲਾਂ ਨੇ ਜੇ ਇੱਥੇ MSP ਤੋਂ ਘੱਟ ਜੇ ਮੱਕੀ ਦੀ ਵੀ ਖਰੀਦ ਆ, ਹੋਰ ਬਾਕੀ ਪੈਸੇ ਹਰਿਆਣਾ ਸਟੇਟ ਦੇ ਰਿਹਾ, ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਜ਼ਿੰਮੇਵਾਰੀ ਚੁੱਕੀ? ਕਿਉਂ? ਕਿਉਂਕਿ ਸਿਰਫ ਇੱਕੋ ਇੱਕ ਮਕਸਦ ਸੀ ਕਿ ਲੋਕਾਂ ਨੂੰ ਇਹ ਭੰਬਲ ਭੂਸਾ ਪਾ ਦਿਓ। ਲੱਡੂ ਵੰਡਤੇ, ਲੱਡੂ ਕਾਹਦੇ ਵੰਡੇ ਆ? ਕਿ ਮੋਦੀ ਦੀ ਜਿੱਤ ਕਰਾਤੀ ਤੁਸੀਂ ਇੱਥੇ? ਕਾਲੇ ਕਾਨੂੰਨ ਲਾਗੂ ਕਰਾਤੇ, ਇਸ ਗੱਲ ਦੇ ਲੱਡੂ ਵੰਡੇ? ਕਦੇ ਗਵਰਨਰ ਸਾਹਿਬ ਨੇ ਇਹਨੂੰ ਮਨਜ਼ੂਰੀ ਦੇ ਦੇਣੀ? ਤੁਸੀਂ ਰਾਸ਼ਟਰਪਤੀ ਤਾਂ ਬੜੀ ਦੂਰ ਦੀ ਗੱਲ ਹੈ, ਗਵਰਨਰ ਸਾਹਿਬ ਨੇ ਮਨਜ਼ੂਰੀ ਨਹੀਂ ਦੇਣੀ ਇਸ ਨੂੰ। ਮਗਰ ਪੰਜਾਬ 'ਚ ਮਤਲਬ ਕਿ ਜਿੱਥੇ ਅਸੀਂ ਖਲੋਤੇ ਉੱਥੇ ਹੀ ਖਲੋਤੇ ਰਹੇ ਕਿ ਦਿੱਲੀ ਦੇ ਕਾਨੂੰਨ, ਕਾਲੇ ਕਾਨੂੰਨ ਲਾਗੂ ਰਹਿਣਗੇ। ਅਸਲੀਅਤ ਇਹੀ ਹੈ। ਦੇयर इज नो ਚੇਂਜ ਔਨ ਗਰਾਊਂਡ ਸਿਚੁਏਸ਼ਨ। ਆਪਾਂ ਜੋ ਕੁਝ ਕੀਤਾ ਕੱਲਾ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਾਹਿਬ ਨੂੰ ਖੁਸ਼ ਕਰਨ ਲਈ ਕੀਤਾ, ਹੋਰ ਕੱਖ ਨਹੀਂ ਕੀਤਾ। ਔਰ ਮੈਂ ਫਿਕਸਡ ਮੈਚ ਥੋੜੀ ਜੀ ਗੱਲ ਤੁਹਾਨੂੰ ਹੋਰ ਦੱਸ ਦਿਆਂ, ਇਹਨਾਂ ਨੇ ਬੜੀ ਗੱਲਾਂ ਕੀਤੀਆਂ, ਤੁਹਾਨੂੰ ਇਹ ਰਿਕਾਰਡ ਦੀ ਗੱਲ ਹੈ। ਚਲੋ ਇਹ ਤਾਂ ਨਹੀਂ ਮੈਂ ਕਹਿੰਦਾ, ਤੁਹਾਨੂੰ ਮੈਂ ਪੜ੍ਹਾ ਦਿੰਦਾ, ਪੇਜ ਇਹ ਹੈ 2005-6 ਵਾਲੀ ਵੀ ਵਿਡਰੋਲ ਕਰਨੀ ਹੈ। ਸੱਚ ਜਿਹੜਾ ਇੱਕ ਪੁਆਇੰਟ ਸੀ ਕੱਲ ਅਸੀਂ ਇਹ ਵੀ ਰੇਜ਼ ਕੀਤਾ ਕਿ ਜਦ ਤੁਸੀਂ ਪ੍ਰਾਈਵੇਟਾਈਜੇਸ਼ਨ ਦੇ ਜੇ ਖਿਲਾਫ ਹੋ ਤੇ 5-6 'ਚ ਸਭ ਤੋਂ ਪਹਿਲਾਂ ਪ੍ਰਾਈਵੇਟ ਮੰਡੀਆਂ ਪੰਜਾਬ 'ਚ ਬਣ ਸਕਦੀਆਂ। ਇਸ ਗੱਲ ਦਾ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸੀ। 5-6 ਰੱਦ ਕਰੋ, ਨਹੀਂ ਕੀਤਾ। ਅਸੀਂ ਕਿਹਾ ਤੁਸੀਂ ਉਸ ਤੋਂ ਬਾਅਦ 17 ਦੇ ਲੈ ਕੇ ਆਏ, ਉਹਦੇ 'ਚ ਵੀ ਇਹੀ ਕੁਛ ਹੈ ਕਿ ਤੁਸੀਂ ਮੰਡੀਆਂ ਰੱਦ ਕਰੋ, ਉਹ ਵੀ ਨਹੀਂ ਕੀਤਾ। ਇਹਨਾਂ ਦਾ ਚੋਣ ਮੈਨੀਫੈਸਟੋ ਹੈ, ਕਾਂਗਰਸ ਵਾਲਾ ਜਿਹੜਾ 19 ਵਾਲਾ। ਔਰ ਇੱਕ ਵਾਰੀ ਨਹੀਂ ਕਈ ਵਾਰੀ ਤੁਸੀਂ ਵੇਖ ਤਾਂ ਲਿਆ, ਬਟ ਜਸਟ ਫॉर योर ਰਿਕਾਰਡ ਇਹਦੇ 'ਚ ਐਗਰੀਕਲਚਰ ਸਬਜੈਕਟ ਤੇ 11 ਨੰਬਰ ਤੇ ਹੈ, ਕਾਂਗਰਸ ਵਿਲ ਰਿਪੀਲ ਦੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਜ਼ ਐਕਟ and make trade and agriculture produce, including export imports of interstate trade free from all restriction.
ਇਹ ਸਪਸ਼ਟ ਲਿਖਿਆ ਔਰ ਇਹੀ ਕਾਰਨ ਹੈ ਕਿ wherever ਰਾਹੁਲ ਗਾਂਧੀ ਪਾਰਲੀਮੈਂਟ 'ਚ ਰਾਹੁਲ ਗਾਂਧੀ ਇਹ ਕਾਲੇ ਕਾਨੂੰਨ ਜਿਸ ਦਿਨ ਇੰਟਰੋਡਿਊਸ ਹੁੰਦੇ ਨਾ ਤਾਂ ਕਾਂਗਰਸ ਉੱਥੇ ਵਿਪ ਜਾਰੀ ਕਰਦੀ ਹੈ। ਮੈਂ ਫਿਕਸਡ ਮੈਚ ਤੇ ਆ ਰਿਹਾ ਹੁਣ ਰਲੀ ਮਿਲੀ ਭੁਗਤ ਤੇ ਕਿੱਥੋਂ ਸ਼ੁਰੂ ਹੁੰਦੀ ਹੈ? ਇਹ ਇਕੱਲਾ ਅੱਜ ਦੀ ਸ਼ੁਰੂ ਨਹੀਂ, ਦਿੱਲੀ 'ਚ ਐਨਡੀਏ ਤੋਂ ਬਾਅਦ ਜਾਂ ਬੀਜੇਪੀ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਕਿਹਦੀ ਹੈ? ਕਾਂਗਰਸ ਦੀ। ਲੋਕ ਸਭਾ 'ਚ ਇਹਨਾਂ ਨੇ ਕੀ ਕੀਤਾ? ਨਾਟ ਅਪੋਜ਼, ਵਾਕਆਊਟ। ਵਾਕਆਊਟ ਦਾ ਮਤਲਬ ਫ੍ਰੀ ਪੈਸੇਜ ਦਿਓ ਸਰਕਾਰ ਨੂੰ ਕਿ ਬਿੱਲ ਪਾਸ ਕਰਾ ਲੈਣ। ਫਿਰ ਰਾਜ ਸਭਾ 'ਚ ਕੀ ਹੋਇਆ? ਐਨਡੀਏ ਦੇ ਕੋਲ 122 ਬੰਦੇ ਨੇ ਟੋਟਲ, 112, ਇਹਨਾਂ ਕੋਲ 130 ਜਾਂ 140 ਨੇ ਔਰ ਲਾਰਜੈਸਟ ਪਾਰਟੀ ਬੀਜੇਪੀ ਤੋਂ ਬਾਅਦ ਕਾਂਗਰਸ ਹੈ। ਨਾ ਤਾਂ ਰਾਜ ਸਭਾ 'ਚ ਕੋਈ ਪ੍ਰਾਈਵੇਟ ਮੈਂਬਰ ਬਿੱਲ ਕਾਂਗਰਸ ਲਿਆਈ, ਹਾਂ ਲਿਆਏ ਤੇ ਇੱਕ ਸੀਪੀਆਈ ਵਾਲੇ ਲਿਆਏ ਤੇ ਜਾਂ ਡੀਐਮਕੇ ਵਾਲੇ ਲਿਆਏ ਜਿਨ੍ਹਾਂ ਨੇ ਰੌਲਾ ਵੀ ਪਾਇਆ। ਦੋਵਾਂ ਦੀ ਖਬਰ ਵੀ ਲੱਗੀ ਹੈ ਕਿ ਉਹ ਆਪਦੀ ਕੁਰਸੀ ਤੇ ਖੜੇ ਆ, ਉਹਨਾਂ ਦੀ ਵੀਡੀਓ ਵੀ ਆ ਰਹੀ ਹੈ। ਮਗਰ ਕਿੱਥੇ ਸੀ? ਤੁਹਾਨੂੰ ਪਤਾ ਕਿੰਨੇ ਬੰਦੇ ਐਬਸੈਂਟ ਸੀ ਕਾਂਗਰਸ ਦੇ ਉਸ ਦਿਨ? 13 ਐਮਪੀ ਰਾਜ ਸਭਾ ਚੋਂ 40 ਚੋਂ ਕਾਂਗਰਸ ਦੇ ਆਪ ਦੇ ਐਬਸੈਂਟ ਸੀ ਔਰ 3 ਪੰਜਾਬ ਦੇ ਐਮਪੀਆਂ ਚੋਂ 2 ਐਬਸੈਂਟ ਸੀ। ਮਤਲਬ ਕਿ ਉਸ ਦਿਨ ਵੀ ਰਲ ਕੇ ਖੇਡੇ ਮੋਦੀ ਸਾਹਿਬ ਨਾਲ ਕਿ ਰਾਜ ਸਭਾ 'ਚ ਇਹ ਪਾਸ ਹੋ ਜਾਂਦਾ। ਜੇ ਕਾਂਗਰਸ ਦੀ ਮਨਸ਼ਾ ਸਾਫ਼ ਹੁੰਦੀ ਤੇ ਇਹ ਰਾਹੁਲ ਗਾਂਧੀ ਇੱਥੇ ਤੇ ਆ ਗਏ ਟਰੈਕਟਰ ਤੇ ਚੜ੍ਹ ਕੇ ਤੇ ਜਿੱਥੇ ਪਾਰਲੀਮੈਂਟ ਦੀ ਜ਼ਿੰਮੇਵਾਰੀ ਸੀ ਉਸ ਦਿਨ ਤਾਂ ਗੈਰ ਹਾਜ਼ਰ, ਨਾ ਵਿਪ ਜਾਰੀ ਕੀਤੀ, ਨਾ ਉੱਥੇ ਕੋਈ ਬਿੱਲ ਮੂਵ ਕੀਤਾ, ਨਾ ਉੱਥੇ ਕੋਈ ਲੜਾਈ ਲੜੀ। ਮੇਰਾ ਕਹਿਣ ਦਾ ਭਾਵ ਹੈ ਕਿ ਸਿਰਫ ਤੇ ਸਿਰਫ ਇਹ 254(2) ਪੰਜਾਬ ਦੀ ਸਥਿਤੀ ਨਹੀਂ ਬਦਲੂਗੀ। ਪੰਜਾਬ ਦੇ ਲੋਕਾਂ ਨਾਲ ਇਹ ਧੋਖਾ ਹੈ। ਪੰਜਾਬ ਦੇ ਲੋਕ ਇੱਕ ਗੱਲ ਸਮਝ ਲੈਣ ਕਿ ਜੋ ਵਿਧਾਨ ਸਭਾ 'ਚ ਕੱਲ ਹੋਇਆ ਹੈ ਇਹ ਠੀਕ ਹੈ। ਸਾਨੂੰ ਇਹ ਤੁਸੀਂ ਪੁੱਛੋਗੇ ਤੁਸੀਂ ਨਾਲ ਕਿਉਂ ਖਲੋਤੇ? ਕਿਉਂਕਿ ਉੱਥੇ ਇੰਪ੍ਰੈਸ਼ਨ ਇਹ ਭੇਜ ਰਹੇ ਸੀ ਬਾਹਰ ਕਿ ਜਾਂ ਤਾਂ ਤੁਸੀਂ ਨਾਲ ਖਲੋ ਜਾਓ ਤੇ ਜੇ ਤੁਸੀਂ ਨਾਲ ਨਹੀਂ ਖਲੋਂਦੇ ਫਿਰ ਤੁਸੀਂ ਕਿਸਾਨਾਂ ਦੇ ਉਲਟੋ। ਅਸੀਂ ਦਿੱਲੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਸੀ, ਮਗਰ ਜਿਹੜੇ ਸਾਡੇ ਖਦਸ਼ੇ ਸੀ ਉਹ ਤਾਂ ਨਾ ਵਿਧਾਨ ਸਭਾ ਦੇ ਅੰਦਰ ਐਡਰੈਸ ਹੋਏ ਔਰ ਨਾ ਬਾਹਰ ਹੋਏ। ਤੁਸੀਂ ਮੇਰਾ ਪਹਿਲਾ ਇੰਟਰਵਿਊ ਵੇਖ ਲਓ, ਆਉਂਦੇ ਸਾਰ ਬਾਹਰ ਮੈਂ ਉਹੀ ਗੱਲਾਂ ਕੀਤੀਆਂ ਕੱਲ। ਔਰ ਕੈਪਟਨ ਅਮਰਿੰਦਰ ਸਿੰਘ ਜੀ ਕੱਲ ਬਾਰ-ਬਾਰ ਸਾਨੂੰ ਬੁਲਾਉਂਦੇ ਸੀ ਕਿ ਮੇਰੇ ਨਾਲ ਖੜੇ ਹੋ ਜਾਓ, ਮੇਰੇ ਨਾਲ ਖੜੇ ਹੋ ਜਾਓ। ਉਹ ਤਾਂ ਕਦੇ ਨਾਲ ਖੜੇ ਨਹੀਂ ਕੀਤਾ, ਅਸੀਂ ਤਾਂ ਆਪ ਬਚਦੇ ਫਿਰਦੇ ਸੀਗੇ। ਢਿੱਲੋਂ ਸਾਹਿਬ ਨੂੰ ਜ਼ਰੂਰ ਜਦੋਂ ਗਵਰਨਰ ਤੇ ਜਾਣਾ ਸੀਗਾ ਨਾਲ ਗਏ ਆ, ਮਗਰ ਓਨਲੀ ਅਗੇਂਸਟ ਕਾਲੇ ਕਾਨੂੰਨ ਆਫ ਦਿੱਲੀ। ਪੰਜਾਬ ਦੀ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਸ ਤਰ੍ਹਾਂ ਫਿਕਸਡ ਮੈਚ ਖੇਡਿਆ ਗਿਆ ਅਸੀਂ ਉਸ ਨੂੰ ਕੰਡੈਮ ਕਰਦੇ ਹਾਂ। ਹਾਂਜੀ 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 ਫਿਰ ਮੈਂ ਹਾਂਜੀ ਬੋਲਾਂ, ਮੈਂ ਦੇ ਦਾਂ ਜੀ ਇਹਦਾ ਜੀ, ਮੈਂ ਦੇਵਾਂ ਜੀ। ਇਹਨਾਂ ਨੇ ਸੋਫਾ ਟਰੈਕਟਰ ਸੋਫਾ ਰੈਲੀ ਕੀਤੀ ਬਦਨੀ ਕਲਾਂ, ਉੱਥੇ ਇਹਨਾਂ ਦੇ ਐਮਐਲਏ ਨੇ ਉੱਠ ਕੇ ਕੀ ਬੋਲਿਆ ਸੀ ਰਾਹੁਲ ਗਾਂਧੀ ਦੀ ਪ੍ਰੈਜ਼ੈਂਸ 'ਚ ਕਿ ਐਮਐਸਪੀ ਸਟੇਟ ਸਰਕਾਰ ਨੂੰ ਦੇਣੀ ਚਾਹੀਦੀ। ਕੱਲ ਉਹ ਨਹੀਂ ਐਮਐਲਏ ਸਾਹਿਬ ਬੋਲੇ ਵਿਧਾਨ ਸਭਾ 'ਚ, ਉਹਨਾਂ ਨੇ ਕਣਕ ਦੀ ਝੋਨੇ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਦੁੱਧ ਦੀ ਗੱਲ ਕਰਤੀ, ਉਹਨਾਂ ਨੇ ਹਿਮਾਚਲ ਦੀ ਗੱਲ ਕਰਤੀ, ਮਗਰ ਜਿਹੜੀ ਗੱਲ ਕਰਨ ਵਾਲੀ ਸੀ ਉਹ ਨਹੀਂ ਕੀਤੀ। ਮੈਂ ਪੁੱਛਣਾ ਚਾਹੁੰਦਾ ਕਿ ਕੈਪਟਨ ਸਾਹਿਬ ਉਦੋਂ ਕਿਉਂ ਚੁੱਪ ਰਹੇ, ਅੱਜ ਕਿਉਂ ਚੁੱਪ ਰਹੇ? ਔਰ ਕੱਲ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੱਲ ਜਦ ਐਮਐਸਪੀ ਦੀ ਗੱਲ ਬਾਰ-ਬਾਰ ਹੋਈ, ਸਪੀਕਰ ਸਾਹਿਬ ਆਪ ਦਾ ਘੋੜਾ ਭਜਾ ਲਿਆ ਵਿੱਚ ਕਿ ਸਰਕਾਰ ਕਿਵੇਂ ਦੇ ਸਕਦੀ ਹੈ। ਮਤਲਬ ਇਸ ਹੱਦ ਤੱਕ ਕੱਲ ਦੀਆਂ ਕਾਰਵਾਈਆਂ ਵਿਧਾਨਕਾਰ ਦੇ ਪੱਖੋਂ ਵੇਖੋ, ਕਨਸਟੀਟਿਊਸ਼ਨਲੀ ਵੇਖੋ, ਤੇ ਕੋਈ ਉਹ ਚੰਗੀਆਂ ਪਰੰਪਰਾਵਾਂ ਨਹੀਂ ਅੰਦਰ ਸੀ। ਅੰਦਰ ਕੱਲਾ ਮੈਜੋਰਿਟੇਰੀਅਨਿਜ਼ਮ ਔਰ ਆਪ ਦੀ ਗੱਲ ਬਕਾਉਣੀ ਕਿ ਯਾਰ ਅਸੀਂ ਬੜਾ ਭਲਾ ਕਰਤਾ। ਭਲਾ ਕੀਤਾ ਕੀ? ਕੱਲ ਵੀ ਸਵਾਲ ਉੱਠੇ ਆ, ਅੱਜ ਵੀ ਉੱਠ ਰਹੇ, ਇਹ ਰੋਜ਼ ਉੱਠ ਰਹੇ, ਕਿਉਂਕਿ ਅਸਲੀਅਤ ਹੈ, ਸੱਚਾਈ ਹੈ। ਉਹ ਸੱਚਾਈ ਦਾ ਜਵਾਬ ਕੋਈ ਨਹੀਂ। ਬਟ ਹਾਂ, ਮੈਂ ਫੇਰ ਦੱਸ ਦਿਆਂ, ਦਿੱਲੀ ਦੀ ਖਿਲਾਫ ਲੜਾਈ 'ਚ ਅਸੀਂ ਸਾਰੇ ਇਕੱਠੇ ਆ, ਕਿਸਾਨੀ ਦੇ ਹੱਕ 'ਚ। ਕੱਲਾ ਇਸ ਲਈ ਅਸੀਂ ਕੱਲ ਦੇ ਰੈਜ਼ੋਲੂਸ਼ਨ ਦੇ ਨਾਲ ਸੀ, ਮਗਰ ਸਾਡੇ ਸਵਾਲ, ਸਾਡੇ ਖਦਸ਼ੇ, ਜੋ ਫਿਕਸਡ ਮੈਚ ਚੱਲ ਰਿਹਾ ਉਹਦੇ ਬਾਰੇ ਤਾਂ ਗੱਲ ਤੱਕ ਹੀ ਨਹੀਂ ਆਈ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਸਵਾਲ ਸਪਸ਼ਟ ਕੀਤਾ ਇਹਨਾਂ ਦੇ ਆ ਲਫ਼ਜ਼ ਪੜ੍ਹ ਕੇ
ਕਿ ਤੁਹਾਡੇ ਤੁਸੀਂ ਇਹ ਕਹੇ ਸੀ ਖਟਕਰ ਕਲਾਂ 'ਚ, ਉਹਦਾ ਇੱਕ ਜਵਾਬ ਨਹੀਂ। ਕਹਿੰਦਾ ਮੈਂ ਹੁਣ ਵੀ ਕਹਿੰਦਾ ਕਿ ਗਵਰਨਰ ਸਾਹਿਬ ਜੇ ਮਨਜ਼ੂਰੀ ਦੇਣ, ਵਾਟ ਡਜ਼ ਇਟ ਮੀਨ? ਫਿਰ ਕਹਿੰਦਾ ਜੀ ਤਿਆਰ ਹੋ ਜਾਓ, ਲੰਮੀ ਲੜਾਈ ਲੜਾਂਗੇ ਕਾਨੂੰਨੀ। ਉਹਦਾ ਕੀ ਮਤਲਬ ਹੈ? ਕਿ ਕਾਲੇ ਕਾਨੂੰਨ ਪੰਜਾਬ 'ਚ ਲਾਗੂ ਰਹਿਣਗੇ। ਆਪ ਨੂੰ ਮੈਂ ਫੇਰ ਬਾਰ-ਬਾਰ ਕਹਿ ਦਿਆਂ ਸੀ, ਇਹ ਵੀ ਸ਼ਰਨਜੀਤ ਸਿੰਘ ਢਿੱਲੋਂ ਸਾਹਿਬ ਨੇ ਮੂਵ ਕੀਤਾ ਸੀਗਾ ਕਿ 2017 ਦੇ ਸਾਰੇ ਜਿਹੜੇ ਕਾਲੇ ਕਾਨੂੰਨ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਕਾਂਗਰਸ ਲੈ ਕੇ ਆਈ ਸੀ ਅਗਸਤ 'ਚ, ਉਹਨਾਂ ਨੂੰ ਰਿਪੀਲ ਕਰੋ। ਕਿਸਾਨ ਜਥੇਬੰਦੀਆਂ ਵੀ ਇਹ ਮੰਗ ਰਹੀਆਂ ਨੇ, 2013 ਦੀ ਵੀ ਮੰਗ ਰਹੀ ਹੈ, 6 ਦੀ ਵੀ ਮੰਗ। ਗੱਲ ਉੱਠੀ, ਗੱਲ ਹੋਈ, ਤੇ ਜਦ ਅਸੀਂ ਕਿਹਾ ਰੱਦ ਕਰ ਦਿਓ, ਉਹਦਾ ਜਵਾਬ ਕੋਈ। ਕਿਸੇ ਨੇ ਇਹ ਗੱਲ ਕਹੀ ਕਿ ਤੁਸੀਂ 13 ਦਾ ਲਿਆਏ ਹੋ ਕੰਟਰੈਕਟ ਫਾਰਮਿੰਗ ਦਾ, ਅਸੀਂ ਕਿਹਾ ਕਰ ਦਿਓ, ਮੈਜੋਰਟੀ ਤਾਂ ਤੁਹਾਡੀ ਆ। ਇਹ ਗੱਲ ਦੀ ਸੋਧ ਕਿਹਨੇ ਲਿਆਉਣੀ ਹੈ? ਹਾਲ ਵੇਖੋ, ਕੱਲ ਪਾਰਲੀਮੈਂਟਰੀ ਪ੍ਰੋਸੀਜਰ ਦਾ ਕਿਸ ਤਰ੍ਹਾਂ ਉਡਾਇਆ ਗਿਆ। ਅਮੈਂਡਮੈਂਟ ਤੁਸੀਂ ਲਿਆਉਣੀ ਕਦੋਂ ਹੈ? ਪੜ੍ਹ ਕੇ ਨਾ। ਜਦ ਬਹਿਸ ਸ਼ੁਰੂ ਹੋ ਗਈ ਤੇ ਅਮੈਂਡਮੈਂਟ ਕਿੱਥੋਂ ਲਿਆਉਣੀ ਹੈ? ਜਾਂ ਤਾਂ ਤੁਸੀਂ ਉਹ ਜੇ ਕਹੋ ਅਮੈਂਡਮੈਂਟ ਲਿਆਉਣ, ਕਹੋਗੇ ਬੋਲ ਦਿਓ, ਤੁਹਾਨੂੰ ਟਾਈਮ ਦਿੱਤਾ ਹੈ, ਸਪੀਕਰ ਸਾਹਿਬ ਕਹਿੰਦੇ ਤੋਂ ਜੀ ਬੋਲ ਦਿਓ। ਮਤਲਬ ਹਾਲਾਤ ਹੀ ਬਣਾਏ ਪਏ ਕਿ ਇਹ ਕੋਈ ਗੱਲ ਕਰਨ ਜੋਗੀ ਨਾ ਰਹਿਣ, ਬਸ ਇਹਨਾਂ ਨੂੰ ਕੱਢ ਦਿਆਂ ਮੈਂ। ਔਰ ਫਿਰ ਲਾਸਟ 'ਚ ਪਾਸ ਹੋਣ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਮਨ ਬਣਾਇਆ ਔਰ ਅਸੀਂ ਇਹ ਗੱਲ ਕਹੀ ਕਿ ਕੈਪਟਨ ਸਾਹਿਬ, ਜੇ ਤੁਸੀਂ ਸਮਝਦੇ ਹੋ ਕਿ ਲੋਕ ਮੂਰਖ ਨੇ, ਲੋਕ ਨਹੀਂ ਮੂਰਖ। ਵਿਧਾਨ ਸਭਾ ਦੇ ਅੰਦਰ ਜੋ ਮਰਜ਼ੀ ਕਰ ਲਓ। ਮੇਰੀ ਅੱਜ ਵੀ ਤੁਹਾਨੂੰ ਬੇਨਤੀ ਆ ਕਿ ਲੋਕਾਂ ਨੇ ਤੁਹਾਨੂੰ ਸਵਾਲ ਪੁੱਛਣਾ, ਕਟਕਰੇ 'ਚ ਖੜਾ ਕਰਨਾ। ਹਲੇ ਵੀ ਨਾ ਪਾਸ ਕਰੋ, ਅੱਜ ਦੀ ਰਾਤ ਲੰਘ ਲੈਣ ਦਿਓ। ਤੁਸੀਂ ਸੈਸ਼ਨ ਐਕਸਟੈਂਡ ਕਰਤਾ, ਸਵੇਰੇ ਆ ਕੇ ਪਾਸ ਕਰ ਲਿਓ। ਮਗਰ ਮੈਨੂੰ ਨਹੀਂ ਪਤਾ ਕਿ ਐਡੀ ਮਜਬੂਰੀ ਜਾਂ ਐਡੀ ਜਲਦੀ ਕੀ ਸੀ। ਕਿ ਡਰ ਸੀ ਕਿ ਸਰਕਾਰ ਨਾ ਸਾਡੀ ਹਿੱਲ ਜੇ ਜਾਂ ਸਰਕਾਰ ਨਾ ਚਲੀ ਜੇ। ਕਿਸਾਨੀ ਪਿਆਰੀ ਨਹੀਂ ਸੀ, ਆਪਦੀ ਸਰਕਾਰ ਬਚਾਉਣੀ ਜ਼ਰੂਰੀ ਸੀ ਕਿ ਦਿੱਲੀ ਨਾ ਔਖਾ ਹੋ ਜੇ ਸ਼ਾਮ ਤੱਕ ਮੇਰੇ ਨਾਲ। ਮਿੰਟੋ ਮਿੰਟੀ ਪਾਸ ਕਰਕੇ ਪਰਾਂ ਨੂੰ ਗਏ। ਪਰ ਕੈਪਟਨ ਤਾਂ ਕਹਿੰਦੇ ਸੀ ਕਿ ਮੈਂ ਅਸਤੀਫਾ ਜੇਬ ਦੇ ਲਈ ਫਿਰਦਾ, ਡਿਸਪਿਊਟ ਕਰ ਅਸੀਂ ਸਾਰੀ ਦੇਣ ਨੂੰ ਤਿਆਰ ਹਾਂ। ਉਹ ਭਰਾਵਾ, ਜੇਬ ਨਾ ਤੂੰ ਵੇਖੀ ਨਾ ਮੈਂ ਵੇਖੀ, ਮਗਰ ਜਿਹੜੀ ਅੰਦਰੋਂ ਤਾਰਾਂ ਖੜਕਦੀਆਂ ਨੇ ਨਾ ਇਹਨਾਂ ਦੀਆਂ ਦਿੱਲੀ ਦੇ ਨਾਲ। ਮੈਨੂੰ ਇੱਕ ਗੱਲ ਦੱਸੋ, ਜਿਹੜਾ ਬੰਦਾ ਇਹ ਮੇਰੇ ਲਫ਼ਜ਼ ਤਾਂ ਨਹੀਂ ਨਾ ਕਿ ਸੈਸ਼ਨ ਬੁਲਾ ਕੇ ਕੀ ਕਰ ਲਓਗੇ? ਫਿਰ ਤੁਸੀਂ ਸੈਸ਼ਨ ਵੀ ਬੁਲਾ ਲਿਆ, ਲੋਕਾਂ ਨੇ ਜੇ ਤੁਹਾਡੇ ਗਲ 'ਚ ਗੂਠ ਦਿੱਤਾ ਤੇ ਇੱਕ ਦਿਨ ਨੂੰ ਕੀ ਹੋ ਜਾਣਾ ਸੀ? ਸਭ ਦੇ ਵਿਊ ਆ ਜਾਂਦੇ। ਬਾਰ-ਬਾਰ ਮੈਂ ਗੱਲ ਕਹਿਣਾ, ਇਹ ਬਿੱਲ ਪੰਜਾਬ ਦੀ ਲਾਈਫਲਾਈਨ ਸੀ, ਪੰਜਾਬ ਦੀ ਹੋਂਦ ਤੇ ਹਮਲਾ ਸੀ, ਪੰਜਾਬ ਦੀ ਆਉਣ ਵਾਲੀ ਪੀੜ੍ਹੀ ਤੇ ਹਮਲਾ ਸੀ। ਇਹ ਕਿਉਂ ਨਹੀਂ ਪਬਲਿਕ ਡੋਮੇਨ ਤੇ ਰੱਖੇ ਗਏ? ਵੱਖਰਾ ਐਕਟ ਲਿਆਉਣ ਦੀ ਗੱਲ ਹੋ ਰਹੀ ਹੈ ਜੀ। ਅੱਜ ਲਤੀਫ ਸਾਹਿਬ ਕਹਿ ਰਹੇ ਸੀ ਕਿ ਇਹਦੇ ਨਾਲ ਇੱਕ ਵੱਖਰਾ ਐਕਟ ਆਪਦਾ ਲਿਆਉਂਦੇ, ਉਹਦੇ ਲਈ ਸ਼ਾਇਦ ਇੰਨੀ ਮਨਜ਼ੂਰੀ ਦਾ ਚੱਕਰ ਦਿੱਲੀ ਤੱਕ ਜਾਣ ਦੀ। ਉਹ ਯਾਰ ਕੋਈ ਮੈਂ ਤੁਸੀਂ ਆਹੀ ਗੱਲ ਨਹੀਂ ਸੁਣ ਰਹੇ ਬਰਾੜ ਸਾਹਿਬ। ਐਗਰੀਕਲਚਰ 14 ਐਂਟਰੀ ਨੰਬਰ ਐਗਰੀਕਲਚਰ ਦੀ ਹੈ। APMC ਮੰਡੀ 1961 ਦਾ ਐਕਟ, ਇੱਕ ਕੋਰਟ ਨਹੀਂ 10 ਕੋਰਟਾਂ 'ਚ ਫੈਸਲਾ ਹੋ ਗਿਆ ਕਿ ਇਹਦੇ ਤੇ ਸਰਕਾਰ ਪੰਜਾਬ ਸੂਬੇ ਦੀ ਸਰਕਾਰ ਹੀ ਫੈਸਲਾ ਕਰੂਗੀ। ਉਹਦੇ ਬਾਰੇ ਤਾਂ ਲਿਆਏ ਕੱਖ ਨਹੀਂ, ਕੰਮ ਤਾਂ ਪਾਤਾ ਉੱਥੇ। ਹੁਣ ਗਿਆ ਹੋਈ ਗੱਲ ਕੀ ਆ ਅੰਦਰਲੀ ਜੋ ਹੁਣ ਖਬਰ ਨਿਕਲ ਕੇ ਆ ਰਹੀ ਹੈ, ਮੋਦੀ ਸਾਹਿਬ ਨੇ ਅਸੀਂ ਬਿੱਲ ਲਿਆਏ ਆ ਕਿ ਪੰਜਾਬ ਨੂੰ ਮੰਡੀ ਐਲਾਨੋ ਅੰਡਰ APMC ਐਕਟ, ਕਿ ਕੋਈ ਹੋਰ ਪ੍ਰਾਈਵੇਟ ਮੰਡੀ ਦੀ ਗੁੰਜਾਇਸ਼ ਨਾ ਰਹਿ ਜੇ। ਮਗਰ ਅੰਦਰਲੀ ਕਹਾਣੀ ਹੁਣ ਜੋ ਨਿਕਲਣੀ ਸ਼ੁਰੂ ਹੋਈ ਹੈ, ਇਹਨਾਂ ਨੇ ਦਿੱਲੀ ਨਾਲ ਗੱਲ ਮੁਕਾਈ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਨਾਲ ਗੱਲ ਮੁੱਕੀ ਹੋਈ ਹੈ। ਔਰ ਗੱਲ ਕੀ ਮੁੱਕੀ ਆ ਕਿ ਤੂੰ ਤੋੜ ਦੇ ਸਾਡੇ ਵੱਲ ਨੂੰ, ਅਸੀਂ ਕੋਈ ਨਾ ਇਹਨੂੰ ਠੰਡੇ ਬਸਤੇ 'ਚ ਪਾ ਦਿਆਂਗੇ। ਮਗਰ ਕੰਮ ਨੁਕਸਾਨ ਕਿਹਦਾ ਹੋ ਜੂ? ਪੰਜਾਬ ਦਾ। ਜੇ ਗਵਰਨਰ ਸਾਹਿਬ ਉਹਨੂੰ ਲੈ ਕੇ ਬੈਠੇ ਰਹਿੰਦੇ, ਇਹਦੇ ਤੇ ਮਹੀਨਾ ਕੱਢ ਦੇਣ, 6 ਮਹੀਨੇ ਕੱਢ ਦੇਣ, ਕੱਲ ਮੋੜ ਦੇਣ, ਕੋਈ ਪਾਬੰਦੀ ਤਾਂ ਨਹੀਂ। ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਬੈਠੇ। ਮਗਰ ਪੰਜਾਬ 'ਚ ਕੀ ਕਿਹੜਾ ਕਾਨੂੰਨ ਲਾਗੂ ਰਹੂਗਾ? ਦਿੱਲੀ ਵਾਲਾ। ਅੱਜ ਨਰਿੰਦਰ ਤੋਮਰ ਕਹਿੰਦੇ ਕਿ ਰਿਵਿਊ ਕਰ ਰਹੇ ਹਾਂ। ਨਰਿੰਦਰ ਤੋਮਰ ਜੀ ਨੂੰ ਸਵਾਲ, ਮੈਂ ਵੀ ਉਹ ਵੀਡੀਓ ਵੇਖੀ ਹੈ, ਨਰਿੰਦਰ ਤੋਮਰ ਜੀ ਨੂੰ ਸਵਾਲ ਹੀ ਨਹੀਂ ਸਮਝ ਆਇਆ। ਔਰ ਨਰਿੰਦਰ ਤੋਮਰ ਜੀ ਨੇ ਸ਼ੁਰੂ 'ਚ ਕੀ ਕਿਹਾ ਕਿ ਸਾਡੇ ਜਿਹੜੇ ਦਿੱਲੀ ਦੇ ਕਾਨੂੰਨ ਨੇ ਬਹੁਤ ਚੰਗੇ ਆ, ਇਹ ਕਿਹਾ। ਤੇ ਜੇ ਉਹ ਚੰਗੇ ਨੇ ਫਿਰ ਇਹਨਾਂ ਦਾ ਕੀ ਰਿਵਿਊ ਕਰਨਗੇ? ਕੱਖ ਨਹੀਂ। ਇਹ ਕੱਲਾ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਂ ਦਿੱਤਾ ਕਿ ਤੁਸੀਂ ਆਪ ਦਾ ਸਾਲ ਕੱਢ ਲਓ, ਸੌਖੇ ਵਧੀਆ ਕਢਾ ਦਿਆਂਗੇ। ਮੈਂ ਅੱਜ ਵੀ ਕਹਿਣਾ, ਜੇ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਲੋਕਾਂ ਪ੍ਰਤੀ ਸੀਰੀਅਸ ਨੇ, ਸੱਚੇ ਨੇ, ਵਾਕਈ ਕਿਸਾਨੀ ਦਾ ਭਲਾ ਮੰਗਦੇ, ਸੈਸ਼ਨ ਸੱਦਣ, ਬਿੱਲ ਪਬਲਿਕ ਡੋਮੇਨ 'ਚ ਰੱਖਣ। ਔਰ ਜਿਹੜਾ ਸਟੇਟ ਐਂਟਰੀ ਹੈ ਐਗਰੀਕਲਚਰ, ਉਹਦੇ ਤਹਿਤ ਪੰਜਾਬ ਨੂੰ ਮੰਡੀ ਸਾਰੇ ਨੂੰ ਐਲਾਨਣ ਕਿ ਪ੍ਰਾਈਵੇਟ ਮੰਡੀ ਦੀ ਕੋਈ ਗੁੰਜਾਇਸ਼ ਨਾ ਰਹਿ ਜਾਏ। MSP ਖਰੀਦ ਨੂੰ ਕੱਲੀ 2 ਫਸਲਾਂ ਤੇ ਨਹੀਂ
ਦੇਖੋ ਚੋਰ ਮੋਰੀ ਇਹਦੇ 'ਚ ਵੀ ਵੇਖੋ, ਦਿੱਲੀ ਵਾਲੇ ਕੀ ਕਹਿੰਦੇ ਕਿ ਅਸੀਂ ਕਣਕ ਤੇ ਝੋਨੇ ਦੀ ਖਰੀਦ ਜਾਰੀ ਰੱਖਾਂਗੇ, ਫਿਰ ਇਹਨੇ ਕੀ ਐਮਐਸਪੀ ਇੰਸ਼ੋਰ ਕਰਨੀ ਹੈ? ਪੰਗਾ ਉਦੋਂ ਪੈਣਾ ਜਦੋਂ ਐਮਐਸਪੀ ਹਟ ਜਾਣੀ ਆ, ਉਹਦੀ ਜ਼ਿੰਮੇਵਾਰੀ ਕੌਣ ਚੁੱਕਦਾ? ਉਹਦੀ ਕੋਈ ਗੱਲ ਨਹੀਂ। ਇਸ ਲਈ ਐਮਐਸਪੀ ਕੱਲਾ ਝੋਨੇ ਕਣਕ ਨਹੀਂ, 22 ਫਸਲ ਨੇ ਜਿਹ 'ਚ ਮੱਕੀ ਵੀ ਆ, ਨਰਮਾ ਵੀ ਹੈ, ਹੋਰ ਵੀ ਹੈ, ਉਹਨਾਂ ਨੂੰ ਸਾਰਿਆਂ 'ਚ ਇੱਥੇ ਪਾਸ ਕਰੋ ਕਿ ਹਾਂ ਐਮਐਸਪੀ ਤੋਂ ਕੋਈ ਘੱਟ ਖਰੀਦ ਪੰਜਾਬ ਨਹੀਂ ਹੋਣ ਦਊਗਾ। ਜੇ ਹਾਲਾਤ ਪੈਦਾ ਹੁੰਦੇ ਕਿਸਾਨ ਦਾ ਨੁਕਸਾਨ ਪੰਜਾਬ ਨਹੀਂ ਹੋਣ ਦਊਗਾ, ਪੰਜਾਬ ਉਹ ਜ਼ਿੰਮੇਵਾਰੀ ਚੁੱਕੂਗਾ, ਮਗਰ ਨਹੀਂ, ਉਹ ਤਾਂ ਪਤਲੀ ਗਲੀ 'ਚੋਂ ਬਾਹਰ। ਡੂ ਯੂ ਐਕਚੁਅਲੀ ਤੁਸੀਂ ਦਿਲ ਤੇ ਹੱਥ ਰੱਖ ਕੇ ਕਹੋ ਕਿ ਕੋਈ ਇਹਨਾਂ ਦੇ ਹਾਲਾਤ ਇਹ ਜੇ ਬਣਨੇ ਆ ਕਿ ਇਹਨਾਂ ਨੂੰ ਅਸਤੀਫੇ ਦੇਣ ਦੀ ਲੋੜ ਆਊਗੀ? ਤਾਂ ਕੱਲੀ ਤੁਹਾਡੀ ਵਧੀਆ ਖਬਰ ਬਣਾਉਣ ਨੂੰ ਕਹਾਣੀ ਪਾਤੀ। ਫਿਕਸਡ ਮੈਚ ਤਾਂ ਚੱਲ ਰਿਹਾ, ਹੋ ਜੇ ਹਾਲਾਤ ਹੀ ਨਹੀਂ ਪੈਦਾ ਹੋਣੇ। ਮਤਲਬ ਇਹ ਤਾਂ ਭੰਬਲ ਕਪਟ। ਅਖੀਰ 'ਚ ਗੱਲ ਆਪਾਂ ਫੇਰ ਸ਼ੁਰੂ ਹੋ ਜਾਈਏ, ਕਾਲੇ ਕਾਨੂੰਨ ਤਾਂ ਉੱਥੇ ਦੇ ਉੱਥੇ ਹੀ ਰਹਿ ਗਏ, ਆਪਾਂ ਤਾਂ ਜ਼ੀਰੋ ਤੇ ਸੀ, ਜ਼ੀਰੋ ਤੇ ਹੀ ਰਹਿ ਗਏ।